सतनाम श्री वाहिगुरु साहिब जीओ। भाग ठड़े हर संत तुम्हारे, जिन घर धन हर नामा। परवान गणे सेई एह आए, सफल तिना के कामा। मेरे राम हर जन कै हों बल जाई, केसा का कर चवर टुलावा। चरण धूड़ मुख लाई, पतत पावन भगत वत्सल कृपा निधान। दसां पातशाहियां दी जोत, चवर छतर तख्त दे मालक, गुरता गद्दी ते सुभाएमान। साहिब श्री गुरु ग्रंथ साहिब जी महाराज, सतगुरां दी पावन पवित्र हजूरी अंदर जुड़ बैठी गुरु रूप खालसा साध संगत जीओ। आप जी बड़े प्रेम दे नाल पंथ दे महान विद्वान, जिन्हां दा कवीशरी जगत अंदर बहुत वड्डा मान सत्कार है, जिन्हां ने कई पुस्तकां कविता राहीं पंथ दी गुरमत प्रचार वास्ते सेवा वास्ते हाज़र कीतियां। ज्ञानी लखबीर सिंह जी वास्ते ਜਿਹੜੇ ਆਪ ਜੀ ਦੇ ਸਨਮੁਖ ਹਾਜ਼ਰੀ ਭਰ ਕੇ ਗਏ ਨੇ, ਆਓ ਉਹਨਾਂ ਤੋਂ ਉਪਰੰਤ ਕੁਝ ਸਮਾਂ ਗੁਰਮਤਿ ਵਿਚਾਰ ਦਾ ਪ੍ਰਾਪਤ ਹੋਇਆ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਸੱਚੇ ਪਾਤਸ਼ਾਹ ਮਹਾਰਾਜ, जिन्हां दे पावन पवित्र दर तो वरो सोए होए सतपुरुष महापुरुष श्रीमान संत बाबा प्रीतम सिंह जी, वो भी विशेष करके आप संगतां दे प्रेम करके महान परोपकारी सेवा सिमरन दे पुंज सचखंड वासी संत बाबा सुखदेव सिंह जी, तिन्हां दी पावन पवित्र याद अंदर आपां सारे ही बड़े प्रेम दे नाल जुड़ के बैठे हाँ। सब तो वड्डी गल जो गुरमत अनुसार संतां महात्मा दे विच हुंदी है, वो सब तो कठिन गल ये है कि मन नूं जितना बहुत औखा है। कोई विरले ही महापुरुष हज़ारां विचों लखां विचों हुंदे ने जिहड़े कि अपने मन नूं वस विच कर लैंदे हन। किसी कवि दे बड़े सोहने बोल ने, मन के मते ना चालिए मन के मते अनेक, मन के मारे मर गए काजी मुल्ला शेख। दास ज्ञानी जी दे नाल बचन करदा पिया सी कमरे विच। सियाणे ने, विद्वान ने, वड्डे ने, भरथरी हरी बड़ा प्रसिद्ध बादशाह इस देश दे विच होया है।
ਉਹਦਾ ਮਨ ਟੁੱਟਾ ਤੀਸਰੀ ਰਾਣੀ ਪਿੰਗਲਾ ਤੋਂ। ਉਹਨੂੰ ਧੋਖਾ ਹੋਇਆ, ਕਿਸੇ ਪੰਡਤ ਨੇ ਉਹਨੂੰ ਅਮਰ ਫਲ ਦਿੱਤਾ, ਜਿਹਨੂੰ ਖਾਣ ਦੇ ਨਾਲ ਬੰਦਾ ਜਵਾਨ ਰਹਿੰਦਾ ਹੈ। ਬੜੀ ਭਾਰੀ ਤਪੱਸਿਆ ਕਰਕੇ ਉਹਨੂੰ ਪ੍ਰਾਪਤ ਹੋਇਆ ਸੀ। ਉਹਨੇ ਸੋਚਿਆ ਵੀ ਮੈਂ ਗਰੀਬ ਬ੍ਰਾਹਮਣ ਹਾਂ, ਮੈਂ ਜਿਉਂਦਾ ਵੀ ਰਹੂੰਗਾ ਤੇ ਬਹੁਤੀ ਕੋਈ ਏਡੀ ਗੱਲ ਨਹੀਂ, ਕਿਉਂ ਮੇਰੇ ਕੋਲੇ ਤਾਕਤ ਨਹੀਂ, ਪੈਸਾ ਨਹੀਂ, ਮੈਂ ਕੁਝ ਸਵਾਰ ਸਕਾਂ ਕਿਸੇ ਦਾ। ਤੇ ਭਰਥਰੀ ਬੜਾ ਚੰਗਾ ਮਹਾਤਮਾ ਰਾਜਾ ਹੈ, ਇਹਨੂੰ ਦੇਣਾ ਚਾਹੀਦਾ ਹੈ। ਇਹੋ ਜਿਹੇ ਰਾਜੇ ਹਮੇਸ਼ਾ ਜਿਉਂਦੇ ਰਹਿਣ। ਉਹਨੇ ਰਾਜੇ ਨੂੰ ਫਲ ਦੇਤਾ। ਰਾਜੇ ਨੇ ਸੋਚਿਆ ਵੀ ਮੇਰਾ ਤੇ ਪ੍ਰੇਮ ਰਾਣੀ ਨਾਲ, ਜਿਹੜੀ ਤੀਸਰੀ ਰਾਣੀ ਸੀ ਉਹਦੀ ਪਿੰਗਲਾ, ਉਹ ਹਮੇਸ਼ਾ ਜਵਾਨ ਰਵੇ, ਸੁੰਦਰ ਸਰੂਪ ਰਵੇ। ਉਹਨੇ ਉਹ ਫਲ ਚੁੱਕ ਕੇ ਉਹਨੂੰ ਦੇ ਦਿੱਤਾ। ਹੁਣ ਅੱਗੇ ਉਹ ਜਿਹੜੀ ਰਾਣੀ ਸੀ ਉਹਦਾ ਪ੍ਰੇਮ ਸੀ ਕੋਤਵਾਲ ਨਾਲ, ਉਹਨੇ ਚੁੱਕ ਕੇ ਉਹਨੂੰ ਦੇ ਦਿੱਤਾ। ਅੱਗੇ ਜਿਹੜਾ ਕੋਤਵਾਲ ਸੀ, ਦਰੋਗਾ ਸੀ, ਉਹਦਾ ਪ੍ਰੇਮ ਸੀ ਵੇਸਵਾ ਨਾਲ, ਉਹਨੇ ਚੁੱਕ ਕੇ ਉਹਨੂੰ ਦੇ ਦਿੱਤਾ। ਵੇਸਵਾ ਨੇ ਸੋਚਿਆ ਵੀ ਮੈਂ ਤੇ ਅੱਗੇ ਬੜੇ ਪਾਪ ਕੀਤੇ ਆ। ਉਹ ਦੁਬਾਰਾ ਫਲ ਨੂੰ ਲੈ ਕੇ ਰਾਜੇ ਪਾਸ ਆ ਗਈ, ਭਰਥਰੀ ਪਾਸ, ਤੇ ਰਾਜੇ ਨੂੰ ਫਲ ਦੇ ਦਿੱਤਾ। ਰਾਜੇ ਦਾ ਮੱਥਾ ਠਣਕਿਆ ਵੀ ਫਲ ਤੇ ਮੈਂ ਰਾਣੀ ਨੂੰ ਦਿੱਤਾ ਸੀ, ਕਿਉਂ ਅਖੀਰ ਸੱਚ ਨੇ ਤਾਂ ਬਾਹਰ ਆਉਣਾ ਹੀ ਆ ਨਾ, ਕਿੰਨਾ ਚਿਰ ਲੁਕ ਸਕਦਾ। ਰਾਜੇ ਨੇ ਸਖਤੀ ਦੇ ਨਾਲ ਰਾਣੀ ਨੂੰ ਪੁੱਛਿਆ ਤਾਂ ਗੱਲ ਜ਼ਾਹਰ ਹੋਈ ਕਿ ਇਹਦਾ ਪ੍ਰੇਮ ਦਰੋਗੇ ਨਾਲ ਸੀ। ਦਰੋਗੇ ਨੂੰ ਸਖਤੀ ਨਾਲ ਪੁੱਛਿਆ ਗਿਆ ਤੇ ਉਹਨੇ ਵੇਸਵਾ ਬਾਰੇ ਦੱਸਿਆ, ਤੇ ਵੇਸਵਾ ਨੇ ਅੱਗੇ ਰਾਜੇ ਜਿੱਥੋਂ ਉਹਨੂੰ ਸੱਟ ਲੱਗੀ ਤੇ ਵਿਰਾਗੀ ਹੋਇਆ ਵੀ ਦੁਨੀਆ ਵਿੱਚ ਜਿਹਦੇ ਨਾਲ ਮੈਂ ਸਭ ਤੋਂ ਵੱਧ ਪ੍ਰੇਮ ਕਰਦਾ ਸੀ, ਉਹ ਗਾਂ ਕਿਸੇ ਨਾ ਕਰਦੀ ਹੈ, ਉਹ ਗਾਂ ਕਿਸੇ ਨਾ ਕਰਦੇ। ਸੰਸਾਰ ਇਦਾਂ ਹੀ ਚੱਲਦਾ ਹੈ। ਬੰਦੇ ਨੂੰ ਇੱਕ ਭੁਲੇਖਾ ਵਾ ਵੀ ਆਹ ਮੇਰੇ ਆ। ਇਹ ਸਭ ਤੋਂ ਵੱਡਾ ਭੁਲੇਖਾ ਇੱਕ ਬੰਦੇ ਨੂੰ ਹੁੰਦਾ ਹੈ ਵੀ ਆਹ ਪਰਿਵਾਰ ਨਾ ਮੇਰਾ ਵਾ। ਵਿਰਾਗੀ ਹੋ ਕੇ ਉਹਨੇ 3 ਗ੍ਰੰਥ ਲਿਖੇ। ਫਿਰ ਇੱਕ ਤਾਂ ਉਹਨੇ ਜਦੋਂ ਬਾਦਸ਼ਾਹ ਸੀ ਉਦੋਂ ਉਹਨੇ ਨੀਤੀ ਸ਼ਤਕ ਲਿਖਿਆ, 100 ਸ਼ਲੋਕ। ਸ਼ਤਕ ਮੈਨੇ 100। ਜਦੋਂ ਰਾਜਿਆਂ ਦੇ ਕੰਮ ਜਿਹੋ ਜਿਹੇ ਹੁੰਦੇ ਨੇ, ਉਦੋਂ ਉਹਨੇ ਫਿਰ ਸ਼ਿੰਗਾਰ ਸ਼ਤਕ ਲਿਖਿਆ। ਜਦੋਂ ਵਿਰਾਗੀ ਹੋਇਆ ਫਿਰ ਉਹਨੇ ਵਿਰਾਗ ਸ਼ਤਕ ਲਿਖਿਆ, 100 ਸ਼ਲੋਕ ਉਹਨੇ ਵਿਰਾਗ ਦਾ ਲਿਖਿਆ। 12 ਸਾਲ ਉਹਨੇ ਤਪ ਕਰਕੇ ਮਨ ਨੂੰ ਜਿੱਤਿਆ। ਤੇ ਜਦੋਂ ਉਹ ਵਿਰਾਗ ਸ਼ਤਕ ਲਿਖਦਾ ਪਿਆ ਸੀ, ਉਹਨੇ ਇੱਕ ਗੱਲ ਕਮਾਲ ਦੀ ਲਿਖੀ ਹੈ ਵੀ ਮੈਂ ਅੱਜ ਤੱਕ ਇਹ ਤਾਂ ਸੁਣਿਆ ਵਾ ਵੀ ਇਕੱਲੇ ਬੰਦੇ ਨੇ ਸ਼ੇਰ ਮਾਰਤਾ, ਤੇ ਕਿਤੇ ਕਿਤੇ ਮੈਂ ਇਹ ਵੀ ਸੁਣਿਆ ਵਾ ਵੀ ਇਕੱਲੇ ਬੰਦੇ ਨੇ ਹਾਥੀ ਨੂੰ ਜਿੱਤ ਲਿਆ, ਪਰਾਸਤ ਕਰਤਾ, ਹਰਾਤਾ। ਕਿਤੇ ਮੈਂ ਇਹ ਵੀ ਸੁਣਿਆ ਵੀ ਕੱਲੇ ਕੱਲੇ ਸੂਰਮੇ ਨੇ ਹਜ਼ਾਰਾਂ ਬੰਦੇ ਹਰਾਏ। ਪਰ ਮੈਂ ਅਜੇ ਤੱਕ ਇਹ ਨਹੀਂ ਸੁਣਿਆ ਵੀ ਕੋਈ ਇਦਾਂ ਦਾ ਕਿਸੇ ਮਾਂ ਨੇ ਪੁੱਤ ਜੰਮਿਆ ਹੋਵੇ ਜਿਹਨੇ ਕਾਮ ਨੂੰ ਜਿੱਤਿਆ ਹੋਵੇ। ਇਹ ਨਹੀਂ ਕਹਿੰਦਾ ਮੈਂ ਸੁਣਿਆ ਅਜੇ ਤੱਕ। ਜਿਹੜੇ ਮਹਾਂਪੁਰਸ਼ਾਂ ਦੀ ਯਾਦ ਅੰਦਰ ਆਪਾਂ ਬੈਠੇ ਆ ਨਾ, ਇਹ ਮਹਾਤਮਾ ਉਹਨਾਂ ਮਹਾਤਮਾ ਵਿੱਚੋਂ ਸੀ ਜਿਹਨੇ 5 ਵਕਾਰਾਂ ਨੂੰ ਜਿੱਤਿਆ ਹੋਇਆ ਸੀ, ਜਿਹਦੀ ਨਿਗਾਹ ਦੇ ਵਿੱਚ ਇਸਤਰੀ ਤੇ ਪੁਰਸ਼ ਦਾ ਕੋਈ ਭੇਦ ਨਹੀਂ ਸੀ। ਜਿਹੋ ਜਿਹਾ ਬੰਦਾ ਲਾਗੇ ਬੈਠਾ, ਜਿਹੋ ਜਿਹੀ ਔਰਤ ਲਾਗੇ ਬੈਠੀ, ਉਹਨਾਂ ਦੀ ਸਿਹਤ ਤੇ ਕੋਈ ਅਸਰ ਨਹੀਂ। ਹੁਣ ਜਿੰਨਾ ਚਿਰ ਕਿਸੇ ਦਾ ਇਸਤਰੀ ਭਾਵ ਤੇ ਪੁਰਸ਼ ਭਾਵ ਨਹੀਂ ਨਾ ਮਿਟਦਾ, ਉਹਨਾਂ ਚਿਰ ਫਿਰ ਉਹ ਕਿਸ ਤਰ੍ਹਾਂ ਕਹਿ ਸਕਦਾ ਵੀ ਉਹ ਸਾਧੂ ਹੈ। ਕਿਉਂ ਮਹਾਰਾਜ ਵੀ ਤੇ ਬਾਣੀ ਕਹਿੰਦੇ ਨਾ ਵੀ ਹਉ ਗੁਸਾਈ ਕਾ ਪਹਿਲਵਾਨੜਾ।
मैं गुरमिल उच्च दमालड़ा, अखीर निचोड़ की नेहते पंज जवान, मैं गुर थापी दिती कंड जी। भी पंजां नूं मैं ढाया है। संतां नूं सब तो वड्डे भलवान इसे करके मन्निया गया ना, आम कुश्ती ते एक बराबर एक, इधर संत कल्ला होऊगा ते अगे होने पंज जाने। वो किहड़े? काम क्रोध लोभ मोह अहंकार। ते पंजां नूं उहने कल्ले ने ढाउणा है। बड़ा सोहना वो जिक्र करते ने भी जिन्हां ने दरख्तां दे पत्ते तोड़ के खाधे, ये वकार उन्हां दे वस च नहीं आया। जिन्हां ने घाह उबाल उबाल के पीता, ये काम क्रोध उन्हां तो ना जित्या गया। ते कहंदा मैं हैरान होना जिहड़े घरां च तड़के ला के खांदे ते कहंदे असीं काम क्रोध नूं जित लिया। ये मैं कहंदा हैरान हाँ थोड़ा जिहा भी जिन्हां दरख्तां दे पत्ते तोड़ के खाधे उन्हां तो ते जित्या नहीं गया। ते जिहड़े घर च रंग बरंगियां सब्जियां खाण ते फिर दावा करन भी असीं जी काम क्रोध नूं जित लिया, ते कहंदा इस गल्लों मैनूं हैरानी भी हुंदी। महापुरुष संत सुखदेव सिंह जी किड्डे वड्डे सतपुरुष होणगे कि जिन्हां उत्ते गुरु की कृपा सी। जिन मिल मारे पंच सूर वीर, ऐसो कौन बलीर। जिन पंच मार बिदार गुदारे, सो पूरा यह कलीर। करतारपुर साहब ना सेवा पंथियां दी धर्मशाला हुंदी सी, जिथे बाबा वडभाग सिंह रहिंदा सी। इतिहासक नगर है, पंजवें पातशाह दा वसाया। उत्थे बहुत निशानियां गुरु महाराज दियां पईयां, जलंधर दे लागे करतारपुर साहब। उत्थे बाबा श्री चंद साहब जी दे भी बहुत निशानियां, उन्हां दे हत्थां दियां, वस्त्र आदि बड़ा कुछ पिया उत्थे। ते सब तो वड्डी गल श्री गुरु ग्रंथ साहब महाराज जिहड़े भाई साहब भाई गुरदास साहब जी पासों पंजवें पातशाह ने लिखाए, वो भी उत्थे ही ने सोढी परिवार पास। उत्थे भाई अड्डण साहब ने धर्मशाला बनाई सी। उन्होंने कोई भयंगम कोई साधु नूं आख्या भी तू उत्थे सेवा निभाया कर, शायद जां भाई दुख भंजन सी जां उन्हां दा नाम भाई भारा होवेगा, ते एक नाम यह भी आउंदा भाई रंगी राम। भी तुसीं धर्मशाला च आए गए नूं जल पानी प्रशादा लंगर छकाओ। उत्थे कोई सेठ पुराना समा जिवें अजकल किसी तो वड्डी गड्डी होवे ते आपां कहने भी तगड़ा बंदा, वो कोई सेठ सी ते उन्हें आपदा टांगा रखिया सी। पुराना समा टांगे उन्हें वेख्या भी संत तुरे जांदे ने, तां जगह नहीं सी ते पिछे टांगे च बीबियां बैठियां सी, थोड़ी जी जगह सी। उन्हें आख्या जदों है ही संत आ ते फिर भावें बीबियां च बैठा रहे ते भावें बंदियां च, जदों है ही संत। उन्हें आख्या महाराज जी भी टांगे च बह जाओ। हुण ये गल्लां इस तरह दियां ने भी कई बारी किसी दे मन नूं ठेस ना लगे, है थोड़ियां सच्चियां ते कौड़ियां भी। वो बह गए ते बीबियां ने इदां लगा बीबियां नूं भी कोई ओपरा नहीं बैठा। चलो आपस विच दुख सुख गल्लां बातां करदे धर्मशाला आ गए, ते जिहड़ा नाल दा साध सी ना उन्हें पार रौला दिता। कहंदा भी वेखो ये साधु हो के बीबियां दे लागे बैठा। क्यों जिहड़े भयंगम ने इन्हां नूं हुक्म आ ना भी गोडा के हथ भी नहीं लगना चाहिए, जिहड़े असली भयंगम ने।
ਤਾਂ ਉਹ ਸੰਤ ਬੜੇ ਸਿਆਣੇ ਸਨ, ਭਾਈ ਅੱਡਣ ਸਾਹਿਬ ਗਿਆਨੀ ਸਨ, ਬ੍ਰਹਮ ਗਿਆਨੀ ਮਹਾਤਮਾ ਸਨ। ਉਹਨਾਂ ਪਾਸ ਸ਼ਿਕਾਇਤ ਕੀਤੀ ਕਿ ਮਹਾਰਾਜ ਜੀ ਵੀ ਇਹਨੇ ਤੇ ਚੰਦ ਚੜਾਤੇ ਆ, ਜਿਹੜਾ ਹੁਣ ਟਾਂਗੇ 'ਚ ਬੀਬੀਆਂ ਨਾਲ ਬਹਿ ਕੇ ਆਉਂਦਾ ਕੱਲ ਨੂੰ ਕੀ ਕਰੂਗਾ ਇਹ ਤਾਂ ਕੰਮ ਖਰਾਬ ਆ। ਭਾਈ ਅੱਡਣ ਸਾਹਿਬ ਨੇ ਉਹਨੂੰ ਖੁਸ਼ ਕਰਨ ਨੂੰ, ਵੀ ਇਹਨੇ ਸ਼ਿਕਾਇਤ ਲਾਈ ਹੈ, ਉਹਨੂੰ ਖੁਸ਼ ਕਰਨ ਨੂੰ ਕਹਿੰਦੇ ਲਿਆ ਹਾਂ ਇਹਦੀਆਂ ਲੱਤਾਂ ਬਾਹਾਂ ਭਾਂਦੇ ਕੋਈ ਲਿਆ ਸਹੀ। ਤੇ ਉਹ ਬੜਾ ਖੁਸ਼। ਤਾਂ ਜਦੋਂ ਭਾਈ ਅੱਡਣ ਸਾਹਿਬ ਕੋਲੇ ਲੈ ਕੇ ਆਏ ਤਾਂ ਭਾਈ ਅੱਡਣ ਸਾਹਿਬ ਕਹਿੰਦੇ ਖਲੋ ਜਾ ਪਹਿਲਾਂ ਪੁੱਛ ਲਈਏ। ਤਾਂ ਕਹਿਣ ਲੱਗੇ ਭਾਈ ਰੰਗੀ ਰਾਮ ਟਾਂਗੇ 'ਚ ਕਿੰਨੀਆਂ ਬੀਬੀਆਂ ਸੀ? ਕਹਿੰਦਾ ਜੀ 3 ਉਹ ਤੇ ਚੌਥੀ ਮੈਂ। ਸੰਤ ਹੱਸ ਪਏ। ਕਹਿੰਦਾ ਜੀ 3 ਉਹ ਤੇ ਚੌਥੀ ਮੈਂ। ਸੰਤ ਕਹਿੰਦੇ ਜਿਹਦੀ ਤੂੰ ਸ਼ਿਕਾਇਤ ਲਾਉਣ ਆਇਆ ਉਹਨੂੰ ਤੇ ਔਰਤ ਵਿੱਚ ਔਰਤ ਭਾਵ ਦੀਂਦਾ ਹੀ ਨਹੀਂ, ਪੁਰਸ਼ ਵਿੱਚ ਪੁਰਸ਼ ਭਾਵ ਦੀਂਦਾ ਹੀ ਨਹੀਂ। ਉਹਦੀ ਨਿਗਾਹ ਦੇ ਵਿੱਚ ਤੇ ਬ੍ਰਹਮ ਦੀਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀ। ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀ। ਧੰਨ ਗੁਰੂ ਅਮਰਦਾਸ ਸਾਹਿਬ ਵੀ ਕਹਿੰਦੇ ਨੇ ਕਿ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਏ। ਸੋ ਐਸੇ ਮਹਾਤਮਾ ਲੋਕ, ਸਤਿਪੁਰਸ਼, ਜਿਨ੍ਹਾਂ ਦੀ ਯਾਦ ਗੁਰਬਾਣੀ ਦੀਆਂ ਪੰਕਤੀਆਂ ਨੂੰ ਆਧਾਰ ਬਣਾ ਕੇ ਕਥਾ ਆਰੰਭ ਕਰਾਂ। ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਹੈ ਸ੍ਰੀ ਜਾਪ ਸਾਹਿਬ। ਉਹਦੀਆਂ 4 ਪੰਕਤੀਆਂ ਜੀ। ਨਿਰੁਕਤ ਪ੍ਰਭਾ ਹੈ, ਸदैवं ਸਦਾ ਹੈ, ਵਿਭੁਗਤ ਸਰੂਪ ਹੈ, ਪ੍ਰਯੁਕਤ ਅਨੂਪ ਹੈ। ਇਹਨਾਂ 4 ਪੰਕਤੀਆਂ ਤੇ ਹੁਣ ਆਪਾਂ ਅਗਲਾ ਟਾਈਮ ਜਿਹੜਾ ਉਹ ਸਾਰਾ ਲਾਵਾਂਗੇ। ਇੱਕ ਵਾਰੀ ਸਾਰੀਆਂ ਸੰਗਤਾਂ ਰਸਨਾ ਕਰੋ ਪਵਿੱਤਰ, ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਕਲਗੀਧਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਪਰਮਾਤਮਾ ਦੀ ਜਿਹੜੀ ਪ੍ਰਭਾ ਵਾ, ਸੋਭਾ ਵਾ, ਵਡਿਆਈ ਆ, ਇਹ ਨਿਰੁਕਤ ਆ। ਉਕਤ ਕਹਿੰਦੇ ਕਥਨ ਨੂੰ, ਨਿਰ ਕਹਿੰਦੇ ਰਹਿਤ ਨੂੰ। ਇਹ ਸੰਪੂਰਨ ਨਹੀਂ ਕੋਈ ਕਰ ਸਕਦਾ। ਹਾਲਾਂਕਿ ਧੰਨ ਗੁਰੂ ਗ੍ਰੰਥ ਸਾਹਿਬ ਕਿੰਨੀ ਬਾਣੀ ਹੈ, ਪਰ ਨਾਲ ਨਾਲ ਇਹ ਵੀ ਲਿਖਿਆ ਵਾ ਵੀ ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਬੰਦੇ ਦਾ ਤੇ ਰੱਬ ਦਾ ਫਰਕ ਹੀ ਸਿਰਫ ਇੰਨਾ ਕੁ ਹੈ ਕਿ ਬੰਦੇ ਦੀ ਹਰ ਚੀਜ਼ ਨਾ ਹੱਦਬੰਦੀ ਵਾਲੀ ਆ, ਸੀਮਾ ਦੇ ਵਿੱਚ, ਅਸੀਮ ਨਹੀਂ ਆ ਬੰਦਾ। ਪਰਮੇਸ਼ਰ ਦਾ ਸਿਰਫ ਇੰਨਾ ਹੀ ਫਰਕ, ਇਹਦੀ ਹਰ ਚੀਜ਼ ਹੀ ਬੇਅੰਤ। ਮਨੁੱਖ ਦਾ ਦਿਮਾਗ ਕਿਤੇ ਕਿੰਨਾ ਕੁ, ਪਰ ਪਰਮੇਸ਼ਰ ਉਦਾਹਰਣ ਦੇ ਤੌਰ ਤੇ ਮੰਨ ਲਓ ਕੋਈ, ਚਲੋ ਗਿਆਨੀ ਜੀ ਦੀ ਉਦਾਹਰਣ ਲੈ ਲਈਏ। ਕਿੰਨੇ ਪ੍ਰੋਗਰਾਮ ਡਾਇਰੀ ਤੇ ਲਿਖਣੇ ਪੈਂਦੇ। ਜਾਂ ਤੁਸੀਂ ਇੱਥੇ ਜਿੰਨੇ ਵੀ ਸੰਗਤ ਬੈਠੇ ਹੋ, ਹਰੇਕ ਦੀ ਵੱਖੋ ਵੱਖਰੀ ਅਰਦਾਸ। ਜੇ ਇੱਥੇ ਕੋਈ ਆਪਣਾ 1000 ਸੱਜਣ ਬੈਠਾ ਹੋਵੇ ਤਾਂ 1000 ਸੱਜਣ ਦੀ ਅਰਦਾਸ ਵੱਖਰੀ ਹੈ। ਹੁਣ ਪਰਮਾਤਮਾ ਪਾਸ ਕਿਹੜੀ ਡਾਇਰੀ ਆ ਜਿਹਦੇ ਤੇ ਉਹ ਨੋਟ ਕਰਦਾ ਪਿਆ ਤੇ 1000 ਬੰਦੇ ਦੀ ਅਰਦਾਸ ਉਹਨੇ ਸੁਣਨੀ? ਕਿੱਥੇ ਲਿਖਦਾ? ਇਹ ਤਾਂ 1000 ਦੀ ਗੱਲ ਹੈ ਨਾ। ਦੁਨੀਆ ਦੀ ਗਿਣਤੀ ਕਿੰਨੀ ਹੈ? 7 ਅਰਬ 600-700 ਕਰੋੜ ਹੈਗੀ ਨਾ ਦੁਨੀਆ ਦੀ ਗਿਣਤੀ।
हुण 700 करोड़ बंदा मान लो, मनुख जाति, सिर्फ मनुख जाति, बाकी नहीं, 700 करोड़। 700 करोड़ बंदे दे लेखे दा हिसाब, ਉਹਦੇ ਮਾੜੇ ਕਰਮਾਂ ਦਾ ਹਿਸਾਬ ਤੇ ਉਹਦੇ ਚੰਗੇ ਕਰਮਾਂ ਦਾ ਹਿਸਾਬ। ਫਿਰ 700 ਕਰੋੜ ਬੰਦੇ ਚੋਂ ਕਿਹੜੇ ਟਾਈਮ ਕਿਹਦੀ ਮੌਤ ਆਉਣੀ, ਕਿਹਨੂੰ ਲੈ ਕੇ ਜਾਣਾ ਹੈ, ਫਿਰ ਉਹਨਾਂ ਨੂੰ ਪਾਲਣਾ, ਫਿਰ ਨਵੇਂ ਰੂਹਾਂ ਜਿਹੜੀਆਂ ਪੈਦਾ ਹੁੰਦੀਆਂ ਸੰਸਾਰ 'ਚ, ਪੈਦਾ ਕਰਨਾ, ਪਾਲਣਾ ਤੇ ਲੈਤਾ। ਹੁਣ ਦੱਸੋ ਪਰਮਾਤਮਾ ਤੋਂ ਵੱਡਾ ਕਿਹਦਾ ਦਿਮਾਗ? ਉਹਨੇ ਕਿਹੜਾ ਕੋਈ ਰਜਿਸਟਰ ਲਾਇਆ ਜਿੱਥੇ ਲਿਖ ਕੇ ਰੱਖਦਾ ਹੈ? ਇਹਨੂੰ ਮਹਾਰਾਜ ਬੜਾ ਸੋਹਣਾ ਕਹਿੰਦੇ, ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ। ਜਾਂ ਆਪਾਂ ਰੋਜ਼ ਪੜ੍ਹਦੇ ਹਾਂ, ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ। ਇਹ ਜਿਹੜਾ ਚੀਰਾ ਸ਼ਬਦ ਆ ਨਾ, ਇਹਦਾ ਅਰਥ ਹੁੰਦਾ ਦਫ਼ਤਰ, ਹਿਸਾਬ ਕਿਤਾਬ। ਕਿਸੇ ਨੂੰ ਨਹੀਂ ਪਤਾ ਰੱਬ ਦਾ ਕਿੱਡਾ ਕੁ ਵੱਡਾ ਹਿਸਾਬ ਕਿਤਾਬ ਹੈ। ਨੌਵੇਂ ਪਾਤਸ਼ਾਹ ਇਹਨੂੰ ਆਪਣੇ ਸ਼ਬਦਾਂ ਵਿੱਚ ਬੜਾ ਸੋਹਣਾ ਕਹਿੰਦੇ ਨੇ, ਹਰ ਕੀ ਗਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰ ਬਹੁ ਲੋਗ ਸਿਆਣੇ। ਕਲਗੀਧਰ ਮਹਾਰਾਜ ਕਹਿੰਦੇ ਨੇ ਕਿ ਪਰਮਾਤਮਾ ਦੀ ਸੋਭਾ ਵਡਿਆਈ ਕੋਈ ਵੀ ਪੂਰੀ ਨਹੀਂ ਕਰ ਸਕਦਾ। ਨਿਰੁਕਤ ਪ੍ਰਭਾ ਹੈ, ਸदैवं ਸਦਾ ਹੈ। ਇਹ ਸ਼ਬਦ ਤੇ ਮੈਂ ਥੋੜਾ ਜਿਹਾ ਜ਼ਿਆਦਾ ਟਾਈਮ ਲਾਉਂਗਾ। ਸੰਸਕ੍ਰਿਤ ਦੀ ਸੰਧੀ ਹੋਈ ਇਹਦੇ 'ਚ, ਸ਼ਬਦ ਦੋ ਨੇ, ਸਤ ਤੇ ਏਵ। ਸਤ ਤੇ ਏਵ ਦੋਵੇਂ ਜੁੜ ਕੇ ਕੀ ਬਣ ਗਿਆ? ਸदैवं ਸਦਾ ਹੈ। ਸ਼ਬਦ ਤੇ ਸੀ ਸੱਤ ਤੱਤੇ ਨਾਲ, ਪਰ ਵਿਆਕਰਨ ਆ ਨਾ, ਫਿਰ ਅੱਗੇ ਸੀ ਏਵ, ਦੋਵਾਂ ਦੀ ਸੰਧੀ ਹੋਈ ਤੇ ਤੱਤਾ ਬਣ ਗਿਆ ਦੱਦਾ। ਹੁਣ ਜੇ ਕੋਈ ਮੇਰੇ ਵਰਗਾ ਕਮਲਾ ਉੱਠ ਕੇ ਕਵੇ ਵੀ ਇੱਥੇ ਤੇ ਤੱਤਾ ਚਾਹੀਦਾ, ਤੇ ਕੋਈ ਡਾਂਗਾ ਹੀ ਖਾਣੀਆਂ ਉਹਨੇ ਵੀ ਕਲਗੀਧਰ ਗਲਤ ਲਿਖ ਗਿਆ। ਇੱਥੇ ਹੈ ਸੀ ਤੱਤਾ, ਪਰ ਸੰਧੀ ਹੋ ਕੇ ਦੱਦਾ ਹੋ ਗਿਆ। ਤਿੰਨ ਸ਼ਬਦ ਨੇ, ਸਤ ਏਵੰ ਸਦਾ। ਉਹ ਪਰਮੇਸ਼ਰ ਵਾਹਿਗੁਰੂ, ਏਵ ਮੈਨੇ ਯਕੀਨ ਕਰ, ਸਤ ਸੱਚਾ ਹੈ ਸਦਾ ਹਮੇਸ਼ਾ ਵਾਸਤੇ। ਇੱਥੇ ਦਸਵੇਂ ਪਾਤਸ਼ਾਹ ਨੇ ਇੱਕ ਸ਼ਬਦ ਆਪਣੇ ਕੋਲੋਂ ਵੱਧ ਲਾਇਆ, ਏਵ। ਸੰਸਕ੍ਰਿਤ ਦਾ ਸ਼ਬਦ ਹੈ ਏਵੰਗ, ਜਿਹਦਾ ਮਤਲਬ ਯਕੀਨ ਕਰ। ਕਿਉਂਕਿ ਉੱਤੋਂ ਤੇ ਸਾਰੇ ਕਹਿੰਦੇ ਆ ਵੀ ਰੱਬ ਹੈਗਾ, ਪਰਮੇਸ਼ਰ ਹੈ, ਔਰ ਅੰਦਰੋਂ ਯਕੀਨ ਕਿਸੇ ਵਿਰਲੇ ਨੂੰ। ਮਹਾਰਾਜ ਕਹਿੰਦੇ ਉੱਤੋਂ ਕਿਉਂ ਕਹਿੰਦਾ ਮੈਂ ਰੱਬ? ਯਕੀਨ ਕਰਕੇ ਕਹੇ ਹਾਂ ਵੀ ਰੱਬ ਹੈਗਾ, ਵਿਸ਼ਵਾਸ ਕਰਕੇ ਕਹੇ ਰੱਬ ਹੈਗਾ। ਕਈ ਵਾਰੀ ਸਾਡੀ ਜ਼ੁਬਾਨ ਉੱਤੇ ਰੱਬ ਦਾ ਨਾਂ ਹੁੰਦਾ, ਪਰ ਅੰਦਰ ਉਹਦਾ ਕੋਈ ਅਸਰ ਨਹੀਂ ਹੁੰਦਾ। ਜਿੰਨਾ ਚਿਰ ਅਸੀਂ ਅੰਦਰੋਂ ਭਾਵਨਾ ਨਾਲ ਨਹੀਂ ਨਾ ਕਹਿੰਦੇ ਵੀ ਹੈਗਾ ਵਾ ਜਾਂ ਵਾਹਿਗੁਰੂ ਵਾਹਿਗੁਰੂ, ਉਹਨਾਂ ਚਿਰ ਮਹਾਰਾਜ ਕਹਿੰਦੇ ਉੱਤੋਂ ਰਾਮ ਰਾਮ ਕਿਹਾ ਕੁਝ ਨਹੀਂ ਹੁੰਦਾ। ਉਹ ਤਾਂ ਵੈਸੇ ਵੀ ਸਾਰੀ ਦੁਨੀਆ ਕਹਿੰਦੀ ਹੈ ਵੀ ਰਾਮ ਰਾਮ ਕਰਤਾ ਸਭ ਜੱਗ ਫਿਰੇ। ਇੱਕ ਦੂਜੇ ਨੂੰ ਮਿਲੋ ਰਾਮ ਰਾਮ, ਸਵੇਰੇ ਦੁਪਹਿਰੇ ਸ਼ਾਮ ਨੂੰ ਮਿਲੋ ਰਾਮ ਰਾਮ। ਕਹਿੰਦੇ ਇਸ ਰਾਮ ਦੇ ਵਿੱਚ ਤੇ ਉਸ ਰਾਮ ਦੇ ਵਿੱਚ ਫਰਕ ਹੈ। ਇਹ ਰਾਮ ਅੰਦਰੋਂ ਭਾਵਨਾ ਨਾਲ ਕਹਿਣਾ। ਪੰਥ ਦੇ ਪ੍ਰਸਿੱਧ ਵਿਦਵਾਨ ਪ੍ਰਿੰਸੀਪਲ ਗੰਗਾ ਸਿੰਘ ਜੀ ਬੜੀ ਸੋਹਣੀ ਕਥਾ ਕਰਦੇ ਸਨ ਔਰ ਬਹੁਤ ਮਿਹਨਤੀ ਸਨ। ਕਮਾਲ ਦੀ ਗੱਲ ਹੈ ਕਿ
ਪੁਰਾਣੇ ਵਿਦਵਾਨ ਅਰਬੀ ਫਾਰਸੀ ਦੇ ਵੀ ਚੰਗੇ ਵਿਦਵਾਨ ਸਨ। ਭਾਈ ਨੰਦ ਲਾਲ ਸਾਹਿਬ ਦੀਆਂ ਗਜ਼ਲਾਂ ਨੂੰ ਗੁਰਮੁਖੀ 'ਚ ਕਰਨਾ ਕੋਈ ਨਿੱਕੀ ਮੋਟੀ ਗੱਲ ਨਹੀਂ ਹੈ। ਉਹਨਾਂ ਨੇ ਕੀਤੀਆਂ। ਜਦੋਂ ਉਹ ਕਥਾ ਕਰਦੇ ਸੀ ਤਾਂ ਸੰਗਤ ਨੂੰ ਟਾਈਮ ਭੁੱਲ ਜਾਂਦਾ ਸੀ। ਉਹ ਕਥਾ ਕਰਦੇ ਪਏ ਸੀ, ਬੇਗਮ ਪੁਰਾ ਸ਼ਹਿਰ ਕੋ ਨਾਮ, ਦੁਖ ਅੰਦੋਹ ਨਹੀਂ ਤੇ ਠਾਂ, ਨਾ ਤਸਵੀਰ ਖਰਾਜ ਨਾ ਮਾਰ, ਖੌਫ ਨਾ ਕਤਾ ਨਾ ਤਰਸ ਜਵਾਰ। ਉਹਨਾਂ ਇੰਨੀ ਸੋਹਣੀ ਕਥਾ ਕੀਤੀ ਕਿ ਸੰਗਤ ਨੂੰ ਦੇਹ ਤੋਂ ਵਿਦੇਹ ਕਰਤਾ। ਪਤਾ ਹੀ ਨਾ ਲੱਗਾ ਕਿੱਥੇ ਬੈਠੇ, ਕਦੋਂ ਦੇ ਬੈਠੇ। ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਸ਼, ਬ੍ਰਹਮ ਗਿਆਨੀ ਮਹਾਤਮਾ, ਉਹ ਵੀ ਆ ਗਏ। ਕਿਉਂ ਤਾਂ ਫਿਰ ਸਿੱਧੀ ਸਿੱਧੀ ਕਥਾ ਕਰਦੇ ਸੀ ਤੇ ਧਾਰਨਾ ਪੜ੍ਹਦੇ ਹੁੰਦੇ ਸੀ। ਬੜੇ ਸੁਣ ਕੇ ਬਹੁਤ ਪ੍ਰਸੰਨ ਹੋਏ, ਖੁਸ਼ ਹੋਏ। ਜਿੱਡੀ ਸੋਹਣੀ ਪ੍ਰਿੰਸੀਪਲ ਸਾਹਿਬ ਨੇ ਕਥਾ ਕੀਤੀ, ਸੰਤਾਂ ਨੇ ਫਿਰ ਜਾਣ ਕੇ ਲਾਗੇ ਹੋ ਕੇ ਪ੍ਰੇਮ ਦੇ ਨਾਲ ਆਖਿਆ, ਪ੍ਰਿੰਸੀਪਲ ਸਾਹਿਬ ਬੇਗਮਪੁਰੇ ਦੀ ਤੇ ਬੜੀ ਸੋਹਣੀ ਕਥਾ ਕੀਤੀ, ਪਰ ਬੇਗਮਪੁਰੇ ਗਿਆ ਵੀ ਆ। ਬੋਲਣਾ ਇੱਕ ਹੋਰ ਚੀਜ਼ ਹੈ, ਰੱਬ ਬਾਰੇ ਬੋਲਣਾ ਹੋਰ ਚੀਜ਼ ਹੈ। ਕੋਈ ਵੀ ਮਿਹਨਤ ਕਰੋ, ਬੋਲ ਲਓ। ਰੱਬ ਨੂੰ ਵੇਖਣਾ ਹੋਰ ਚੀਜ਼ ਹੈ। ਜਿਸ ਬੇਗਮਪੁਰੇ ਦੀ ਏਡੀ ਸੋਹਣੀ ਕਥਾ ਕਰਦਾ, ਕਦੀ ਵੇਖਿਆ ਵੀ ਆ, ਕਦੀ ਗਿਆ ਵੀ ਆ ਉੱਥੇ। ਹੁਣ ਪ੍ਰਿੰਸੀਪਲ ਸਾਹਿਬ ਦਾਨੇ ਸੱਜਣ ਸੀ, ਕੋਈ ਅੱਜ ਕੱਲ੍ਹ ਵਰਗਾ ਵਿਦਵਾਨ ਨਹੀਂ ਵੀ ਐਵੇਂ ਝੂਠ ਬੋਲਦੇ। ਉਹ ਕਹਿੰਦੇ ਜੀ ਸੱਚੀ ਗੱਲ ਤੇ ਇਹ ਆ, ਮੈਂ ਬੇਗਮਪੁਰੇ ਨੂੰ ਮੰਨਦਾ ਹੀ ਨਹੀਂ ਆ, ਤੁਸੀਂ ਵੇਖਣ ਦੀ ਗੱਲ ਕਰਦੇ। ਅਸੀਂ ਤਾਂ ਬੇਗਮਪੁਰਾ ਮੰਨਦੇ ਹੀ ਨਹੀਂ ਆ। ਕਿਉਂ? ਬੇਗਮਪੁਰੇ ਦਾ ਅਰਥ ਹੁੰਦਾ ਜਿੱਥੇ ਬੇਗਮ, ਜਿੱਥੇ ਦੁੱਖ ਕੋਈ ਨਹੀਂ। ਤੇ ਦਲੀਲ ਇਹ ਕਹਿੰਦੀ ਹੈ, ਤਰਕ ਇਹ ਕਹਿੰਦਾ ਵੀ ਜਿੱਥੇ ਵੀ ਬੰਦਾ ਰਵੇਗਾ ਦੁੱਖ ਰਵੇਗਾ। ਜਿੱਥੇ ਵੀ ਬੰਦਾ ਰਵੇਗਾ ਦੁੱਖ ਰਵੇਗਾ। ਇਹ ਮੰਨ ਕੇ ਚੱਲੋ, ਨਾਨਕ ਦੁਖੀਆ ਸਭ ਸੰਸਾਰ। ਤਾਂ ਸੰਤ ਕਹਿਣ ਲੱਗੇ, ਜੇ ਤੂੰ 5 ਮਿੰਟ ਬਹਿ ਕੇ ਮੇਰੇ ਨਾਲ ਜਾਪ ਕਰੇ ਤੇ ਫੇਰ ਮੈਂ ਤੈਨੂੰ ਪੁੱਛੂੰਗਾ ਵੀ ਬੇਗਮਪੁਰਾ ਹੈ ਕਿ ਨਹੀਂ। ਪ੍ਰਿੰਸੀਪਲ ਸਾਹਿਬ ਦੇ ਮਨ ਚ ਆਈ ਵੀ ਜਾਪ ਕਰਨ ਚ ਹਰਜ ਵੀ ਕੀ ਹੈ। ਤਾਂ ਸੰਤ ਕਹਿਣ ਲੱਗੇ, ਜੀ ਦੇਖੋ ਤੁਸੀਂ ਗਿਆਨ ਤੇ ਬਹੁਤ ਇਕੱਠਾ ਕੀਤਾ, ਤੁਸੀਂ ਸੇਵਾ ਵੀ ਬਹੁਤ ਕੀਤੀ ਹੈ। ਸੇਵਾ ਮੈਨੇ ਉਹ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਨ, ਤੇ ਕਥਾ ਕਰਨ ਤੋਂ ਵੱਡੀ ਸੇਵਾ ਕਿਹੜੀ ਹੈ? ਗੁਰਮਤਿ ਦਾ ਪ੍ਰਚਾਰ ਕਰਨ ਤੋਂ ਵੱਡੀ ਸੇਵਾ ਕਿਹੜੀ ਹੈ? ਮਹਾਰਾਜ ਨੇ ਪ੍ਰਚਾਰ ਕਰਨ ਵਾਲੇ ਨੂੰ ਆਪਣੇ ਭਰਾ ਦਾ ਰੁਤਬਾ ਦਿੱਤਾ ਹੈ। ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ, ਇਹ ਮਨੁੱਖਾ ਜਨਮ ਲੈ ਕੇ ਸੁੱਤਿਆਂ ਹੀ ਨੰਗਾਦਾ। ਜੇ ਮਹਾਰਾਜ ਨੇ ਸਰੀਰ ਦੇਤਾ ਤੇ ਹੋਰ ਪੰਜਾਂ ਨੂੰ ਜੋੜ, ਸੁੱਤਿਆਂ ਹੀ ਉਮਰ ਨੰਗਾ ਛੱਡੀ ਸਾਰੀ। ਤੁਸੀਂ ਸੇਵਾ ਵੀ ਬੜੀ ਕੀਤੀ ਹੈ, ਗਿਆਨ ਵੀ ਬੜਾ ਹੈ, ਤਜਰਬਾ ਵੀ ਬੜਾ ਹੈ, ਪਰ ਸੱਚ ਕਵਾਂ ਨਾਮ ਜਪਣ ਵਾਲੇ ਦਾ ਪ੍ਰਭਾਵ ਪੈ ਜਾਂਦਾ ਹੈ। ਸੱਚ ਕਵਾਂ ਗੰਗਾ ਸਿਆਂ ਤੇਰੇ ਪੱਲੇ ਹੈ ਕੁਝ ਨਹੀਂ, ਇਹ ਸਭ ਕੁਝ ਇੱਥੇ ਹੀ ਰਹਿਣਾ ਵਾ। ਤੇਰੇ ਤੋਂ ਵੀ ਵੱਡੇ ਵੱਡੇ ਪੰਡਤ ਜਿਨ੍ਹਾਂ ਨੂੰ 4 ਵੇਦ ਚੇਤੇ ਸੀ,
ਅਖੀਰ ਨਾਮ ਤੋਂ ਬਿਨਾ ਉੱਥੇ ਕਿਸੇ ਨੂੰ ਥਾਂ ਨਹੀਂ ਮਿਲਣੀ। आओ आपां सारे प्रेम नाल पढ़ लईए। नाम बिना दुख पावै, हर के नाम बिना दुख पावै। नाम बिना दुख पावै, हर के नाम बिना दुख पावै। नाम बिना दुख पावै, हर के नाम बिना दुख पावै। नाम बिना दुख पावै, हर के नाम बिना दुख पावै। ਤਾਂ ਸੰਤ ਕਹਿਣ ਲੱਗੇ ਵੀ ਗੱਲ ਤੇ ਸੱਚੀ ਇਹ ਹੈ ਕਿ ਇਹਦੇ ਵਿੱਚ ਮੈਨੂੰ ਇੱਕ ਗੱਲ ਚੇਤੇ ਆ ਗਈ। ਕਿਉਂ ਆਪਾਂ ਪੰਜਾਬ ਤੋਂ ਬਾਹਰ ਬੈਠੇ ਆ, ਪਰ ਵੈਸੇ ਜਿੰਨੀ ਸਿੱਖੀ ਤੁਹਾਡੇ 'ਚ ਆ ਪੰਜਾਬ 'ਚ ਉਨੀ ਦਿਖਦੀ ਨਹੀਂ। ਇਹ ਕੋਈ ਮਹਾਰਾਜ ਦੀ ਕਿਰਪਾ ਕਹਿ ਲਓ ਜਾਂ ਮਹਾਂਪੁਰਸ਼ਾਂ ਦਾ प्रचार कह लो, सेवा कह लो। इधर दुआबे विच जलंधर विच ते बिल्कुल ही खाली हो गया गा। वड्डे वड्डे महल, बाहरले पैसे लगे ना अमरीका कनेडा दे, ते रहिंदा कोई विच नहीं। बस जिद के बनाए भी पिंड वालियां नूं विखाउणा भी सब तो उच्ची कोठी मेरी है। करोड़ां रुपया लाया, झाड़ू मारन वाला भी कोई नहीं उन्हां च। साडे लागे उत्थे जिथे दास सेवा करता, उत्थे लागे नगज्जा पिंड, जिथे संत दलेल सिंह जी मारकंडे शाहबाद वाले बंदगी करते रहे, वो नगज्जे पीर दे नां ते एक कोठी होनी मेरे ख्याल नाल 2 किल्लियां च, ते पता नहीं किन्ने करोड़ रुपया लाया होना, ते जिधर ही वजे देखे अजे तक रहने वाला कोई नहीं उत्थे। इधर सिक्खी अजे भी बची है। ये पता नहीं की महाराज दी कृपा है। ये बाहरला इलाका है, तो इधर इस इलाके च स्वामी विवेकानंद बड़े प्रसिद्ध होए। उन्हां दी प्रसिद्धि हुई जदों विश्व धर्म सम्मेलन च बोले, पग बन्नदे सी सिर ते है सी सन्यासी, गुरु घर दे बड़े प्रेमी सन। वो इस करके भी जिहड़े इन्हां दे गुरु सी स्वामी राम कृष्ण परमहंस, उन्हां दा गुर मंत्र वाहिगुरू सी। क्यों जिहड़े स्वामी राम कृष्ण परमहंस दे गुरु सी स्वामी तोतापुरी जी, वो सिखां दे विचों सी। वो दासी संत सी ते सिखां दा लड़का सी। स्वामी तोतापुरी ने स्वामी राम कृष्ण परमहंस नूं ब्रह्म ज्ञान करवाया। बड़ी प्रसिद्ध कथा है, फिल्मां भी बड़ियां इहदे ते, फिल्मां भी बड़ियां तुसीं कढ के वेख सकदे। एक ना सवाल बहुत हुंदा है भी जे रब है ते विखा। जिवें मेरे तो पहला सैकटरी साहब बोलते पे सी ना ज्ञानी जी, रब है तां विखा। स्वामी विवेकानंद कालज विच पढ़दा ते पढ़िया लिखिया होने करके उहदे भी मूँह ते सवाल बहुता ही चढ़िया सी, जे रब है तां फिर विखा। ते जिन्ना एरिया कलकत्ते दा, बंगाल आदि दा काफ़ी नास्तिकता दा प्रचार सी।
उस टाइम जिहड़ा रविंद्रनाथ टैगोर सी ना, संत कवि महात्मा, इहदे दादे दी बड़ी चढ़ाई सी, बड़ा प्रसिद्ध संत सी इहदा दादा। लोग उहदे कोले सवाल लैके जांदे सी, वो जवाब दिंदा सी हर सवाल दा। पढ़िया लिखिया भी बहुत सी ते धार्मिक ते फिर है ही सी। स्वामी विवेकानंद नूं पता लगा कि ये जिहड़ा संत आ ये रब तक पहुंचिया, ये तुर पिया भी मैं ते रब वेखना। हुण उन्हां दा टाइम हुंदा सी भी इस टाइम वो सवाल जवाब करनगे, इस टाइम वो कथा करनगे, इस टाइम वो ध्यान करनगे, इस टाइम वो आराम करनगे। पढ़े लिखे सन। ये थोड़ा सी भी जे तुसी बैठे तो 2-2 घंटे बैठे ही रहो, गल्लां मारी जाओ। वो बड़ा सिस्टम सी उन्हां दा। स्वामी विवेकानंद जगियासू सी ते गुरबाणी कहती जिन्ना चिर भांडा नहीं ना बनिया वस्तु पैनी नहीं। सारा जोर ते भांडे बनाउण ते ही लगदा, वस्तु ते हाजर है पर भांडा किसे कोले नहीं। रब किहड़े थां ते नहीं, रब ते हर थां ते आ, पर भांडा है नहीं जेड़े हिरदे चो बैठे। जगियासू का मतलब हुंदा जिहदा भांडा तैयार हो गया बिल्कुल, हुण इहनूं रब मिलूगा। क्यों गुरबाणी कहती जैसी भूख तैसी का पूरक। जेहो जी भुख लगी रब ओहो जी चीज दिंदा है। जबान तो जो मर्जी कही जो नहीं दिंदा, वो वेखदा इहदे ढिड च की है। हुण असीं उत्तों उत्तों ते कहने महाराज नाम दो, महाराज सिक्खी दो, अंदरों साडा ढिड कहंदा हुंदा महाराज पैसे दे, दौलत दे। वो सिक्खी नहीं मिलनी, भावें 100 अरदास होर कर लो जाके। क्यों जैसी भूख तैसी का पूरक। रब वो चीज दिंदा जिहड़ी आंदरां नूं लगी होवे भी वाकई इन्हें इस चीज तो बिना मर जाना, वो फिर दिंदा है। जगियासू का मतलब पता की हुंदा है, जिन्हों आपां सिख कह दिंदे गुरसिख। जिवें किसी दे सिर नूं अग लग जाए, वो फिर किहड़ी चीज चाहुंदा है? ना उन्होंने खाना चंगा, ना पीना चंगा, ना बैठना चंगा, उन्होंने सिर्फ एक पानी चाहिए। पानी सिर नूं अग लग गई, होर की है। इस तरह जदों सिर्फ एक बाणी रह जाए, सिर्फ एक बाणी, होर सारियां इच्छावां मर जाण, तां फिर किते जाके कहंदे परमात्मा रूपी दात भांडे च पैंदी। स्वामी विवेकानंद नूं पता लगा भी अगे नदी है। वो कहंदा जदों मिलना ही रब नूं, फिर नदी दी की परवाह। साडे वाले ते इत्थों उठ के नहीं आउंदे, घरों उठ के नहीं आउंदे गुरुद्वारे। वो कहंदा जदों मिलना ही रब नूं, फिर नदी दी की परवाह। वो औखा सौखा होके नदी तैर गया। फिर नदी चढ़ी सी, पता नहीं किदां पार होया होगा, रब जाने। कपड़े सारे भिज गए, पैरां नूं गोडे गोडे गारा लगा। काफी रात हो गई, तकरीबन 12 बज गए होने। जाके दरवाजा संत का खड़काया। वो संत भी बड़ा हैरान भी है इस टाइम। उन्हें जदों खोलिया, ना कोई नमस्कार, ना कोई गलबात, ना कोई इधर उधर दे, सीधा ही सवाल ठा करदा मारिया, जे रब हैगा ते विखा, मैं वेखण नूं तैयार हाँ। जिन्हां ने रब नूं पाउणा उन्हां नूं आ मींह की कहिंदे आ। गलिए चिक्कड़ दूर घर, नाल प्यारे नेहो, चलां तां भिजै कंबली, राहां तां टुटे नेहो। भिजो सिजो कंबली अल्लाह वरसै मेहो, जाए मिलां तिना सज्जणा टुटो ना ही नेहो।
कई बारी कथा पुठी भी पै जाती है। इदां मीह पैंदा होवे ते इदां दी कथा कर दईए ते जोश आ जाता ना संगत च, ते जे किसी दे बीबी ने उत्थे तिलक के लत्त तड़ा ली ते मेरे ते परचा ना कराउंदे फिरे बाਅद, इदां भी हो जाता कई बार। साडे कीर्तनीए हुंदे सी, ਉਹ ਜਦੋਂ ਮੀਂਹ ਪੈਣਾ ਉਹਨਾਂ ਸ਼ਬਦ ਹੀ ਇਹ ਪੜ੍ਹਨਾ ਤੇ ਸਾਡੇ ਸੰਤਾਂ ਨੇ ਕਹਿਣਾ ਇਹਨਾਂ ਕਿਸੇ ਬੁੱਢੇ ਦੀ ਲੱਤ ਭੰਨਣੀ। ਉਹ ਫਿਰ ਮੀਂਹ ਪੈਣਾ ਨਾ, ਕਿਸੇ ਨੇ ਆਉਣਾ ਨਾ। ਅੱਜ ਤੇ ਬਹੁਤ ਜ਼ਿਆਦਾ ਸੰਗਤ ਇਕੱਠੀ ਹੋਈ ਤੇ ਗੁਰਦੁਆਰੇ ਕਿਸੇ ਨੇ ਆਉਣਾ ਹੀ ਨਾ ਉਦਣ, ਮੀਂਹ ਚੰਗਾ ਪੈਣਾ। ਉਹਨਾਂ ਜਾਣ ਕੇ ਸ਼ਬਦ ਪੜ੍ਹਨਾ ਵੀ ਭਿੱਜੋ ਸਿੱਜੋ ਕਮਲੀ। ਹੁਣ ਜਿਹੜੇ ਸਿੱਖ ਆ ਉਹ ਫਿਰ ਕਿੱਥੇ ਰਹਿੰਦੇ, ਜੋਸ਼ ਆਉਂਦਾ ਉਹਨਾਂ ਨੂੰ। ਤੇ ਸਾਡੇ ਸੰਤਾਂ ਨੇ ਕਹਿਣਾ ਇਹਨਾਂ ਕਿਸੇ ਬੁੱਢੇ ਨੂੰ ਲੈ ਬਹਿਣਾ ਹੀ। ਸੋ ਰਹੋ ਵਿਚਾਰ, ਸਿੱਧਾ ਸਵਾਲ ਕੀਤਾ ਰੱਬ ਹੈ ਤੇ ਵਿਖਾ। ਉਹ ਕਹਿੰਦੇ ਘਬਰਾ ਗਏ। ਇੱਕ ਤੇ ਹੁਲੀਆ ਵਿਗੜਿਆ, ਇਹਦਾ ਪਤਾ ਨਹੀਂ ਕਿੱਦਣ ਦਾ ਤੁਰਿਆ ਹੋਊਗਾ, ਭੁੱਖਾ ਹੋਊਗਾ ਪਿਆਸਾ ਹੋਊਗਾ। ਫਿਰ ਨਦੀ ਤੈਰ ਕੇ ਆਇਆ, ਪੈਰ ਗਾਰੇ ਦੇ ਨਾਲ ਭਰੇ। ਜਦੋਂ ਨੌਜਵਾਨ ਨੇ ਇਹ ਸਵਾਲ ਕੀਤਾ ਉਹ ਸੰਤ ਹੀ ਘਬਰਾ ਗਏ। ਇਹ ਵਾਪਸ ਮੁੜ ਗਿਆ, क्यों कोई टाइम होंदा कथा दा, कोई सिस्टम होंदा वा। ये थोड़ी भी जदों मर्जी सुते उठ के ते जो मूँह च आया करी जाओ। ये संत ने आवाज मारी जवाब ते ले जा। वो कहंदा मैं जवाब लैण वालियां चों नहीं, मैं वेखण वालियां चों। मैं जवाब लैण वालियां चों नहीं, मैं ते वेखण वालियां चों। ते तेरी घबराहट ने मैनू जवाब देता, हुण मैनू पुछण दी लोड़ नहीं। तू घबरा गया, मैनू जवाब मिल गया। ठीक है तुसी महात्मा, पर अजे उत्थे नहीं पहुंचे जिथे पहुंचना चाहिए। दूसरी प्रसिद्धि सी स्वामी रामकृष्ण परमहंस, उन्हां दी भी बड़ी प्रसिद्धि सी भी भगती च उन्हां दे बराबर कोई है नहीं। भगती भावना चंगी सी उन्हां दी। इनू पता लगा ये उन्हां पास गया, इन्हें पैंदी सट्टे सवाल किया, स्वामी जी जे रब हैगा ते विखाओ। ऐरकी काम उल्ट हो गया। उल्ट इस तरह हो गया, पहली वारी ते वो संत घबराया सी। ऐरकी की होया, ऐरकी अग्यों कहंदे सवा शेर टकरिया। वो कहंदा तू वेखना वा, उन्हें नहीं। स्वामी राम इन्हें आख्या रब विखाओ, कहंदा तू वेखना। पर याद रखी वेखण तो बाद उठ के जान जोगा नहीं रहना, तू वेखना। हुण कहंदे ये घबरा गया, ये पैर खिसकावे भी खिसको, क्यों ये सारियां दे मूँह ते चढ़िया भी रब है ते विखा। पर हुण उन्हें ना उठण दिता भी आ जा, तेनू ते मैं डीकदा पिया बड़े चिर दा, कोई लभे ते सही इहो जिहा। ये रब वेखना विखाउणा कोई आम सौदा नहीं। तिब्बत दे विच एक महात्मा रहिंदा हुंदा सी, वो कहंदा मैं गल ही उहदे नाल करनी जिहड़ा आपदी बांह वड्ड के मेरे अगे रखूगा। उन्हां मैं गल करूंगा, होर किसे नाल मैं गल ही नहीं करदे। वो कंध वाले पासे मूँह करके बैठा रहिंदा सी ध्यान च, कि किसी नूं वेखना ही ना पवे। मुड़ के मैं उन्होंने देखूंगा जिहड़ा आपदी बांह वड्ड के मेरे अगे रखूगा। एवें नहीं साडी बाणी ने कह दिता, जो तो प्रेम खेलन का चाओ सिर धर। वो ते बांह दा सौदा कीता, इत्थे ते सिर दा सौदा वा। सिर धर तली गली मेरी आओ, इत मार्ग पैर धरीजै, सिर दीजै कान ना कीजै। एडा वड्डा सौदा। स्वामी जी कहन लगे तू वेखना वा। उन्हां बैठे बैठे इहदी छाती ते अपना चरण लाया। ये स्वामी विवेकानंद जी कहते पहली बारी समाधि लगी कोई 2-2.5 घंटे।
ਉਹਦੇ ਬਾਅਦ स्वामी विवेकानंद नास्तिक नहीं रहा, फिर आस्तिक होया ते इनू कुछ रब का जलवा दिखिया, ये फिर साध होया, सन्यासी होया। प्रिंसीपल गंगा सिंह नू संत अतर सिंह जी महाराज मैं तां सुणाउणा पिया कि जिस संप्रदाय च आपां बैठे हाँ, ये संप्रदाय श्रीमान संत बाबा प्रीतम सिंह जी बैठे ने, ये संप्रदाय भी संत अतर सिंह जी मस्तूआणिया वाले तो वरसाई हो। उन्हें आख्या 5 मिनट बह के मेरे नाल पाठ कर। ये गुरबाणी विच सारे ही सवाल जवाब आ जी। महाराज धन गुरु नानक देव साहब का मल्हार महला पहला, चिट्टे कपड़े पाए, बोलदा बहुत सोहना, नक बहुत लम्मा वा, अखां बड़ियां सोहणियां वा। ते सवाल पता की कीता, कदी रब वेख्या? इत्थे नक दा मतलब लम्मा नक, मैंने वडियाई बड़ी दुनिया च, उन्होंने लम्मा नक कहंदे, वडियाई बहुत दुनिया च। अखां बड़ियां सोहणियां, मैंने पढ़िया बहुत, ज्ञान अंजन गुर दिया अज्ञान अंधेर बनास, अखां बहुत सोहणियां। ते सवाल की, कबहू साहिब देखिया भैन, भैने कदी रब वेख्या भी है? अग्यों प्रिंसीपल गंगा सिंह ने की जवाब दिता सी, गली हों सुहागणी भैने, कंत ना कबहू मैं मिले। सुहागणियां दियां गल्लां ते मैनूं बड़ियां आउंदियां, पर पति परमेश्वर मिलिया नहीं। गल्लां जिन्नियां मर्जी सुन। संतां ने आख्या फिर 5 मिनट जाप कर। वो जिहड़े 5 मिनट सी ना, जिन्हों गुरबाणी कहती है, साध कै संग नहीं कछ काल, दर्शन भेटत, उन्हों फिर दर्शनां दी दात प्राप्त हुई। हुण प्रिंसीपल साहब कथा दे करदे सी, मूँह तो गल्लां दे रब दियां करदे सी, पर अंदरों यकीन नहीं। 10वें पातशाह कहंदे ने, रब दी गल करन लग्गियां यकीन दे नाल कह भी रब है। आपां कथा करते पे सी, सदैवंग एव, जिहड़ा एव शब्द है ना विच एव, यकीन करके कह भी रब सत्ता, वाहिगुरु है, परमेश्वर है। गुरबाणी विच इहो जिहियां बेअंत उदाहरणां ने। असी रोज पढ़ते हैं, काहे रे मन चित बह उद्दम, जा आहर हर जियो परिया, पर यकीन टेंशन रहिंदी कि नहीं? पढ़ते तो रोज ही भी काहे रे मन चित बह उद्दम, पर टेंशन फिर पई रहिंदी। बाबे धन्ने दियां पंक्तियां पढ़ियां होणगियां, पाखाण कीट गुप्त होए रहता, ताचो मार्ग नाही, कह धन्ना पूर्ण ताहू को मातरे जी त्राहे। रब पत्थर दे विच भी रहण वाले नूं रोजी दिंदा, तू ते बाहर है, तेरे हथ पैर ने दिमाग दिता है, तेनू ना दवेगा। गुरबाणी पढ़नी होर चीज है, ते गुरबाणी ते अमल करना होर चीज है। ते महाराज कहंदे, अमल कर धरती बीज शब्दों कर, सच की आप नित देह पानी होए किरसान, ईमान जलाए जमाए लै पिस्त दोजक मूड़े एव जाने। जिन्ना चिर अमल नहीं ना करते, यकीन नहीं करते, उन्ना चिर महाराज जी कहते तेरे अंदर वसनी नहीं वो चीज। वो तो उत्तों उत्तों आ सब कुछ, जिन्ना मर्जी कोई बद्धा चट्टी जो भरे, ना गुण ना उपकार, ऐसे हालात। सतगुरु की कहते ने, सदैवंग सदा है, वाहिगुरु ते यकीन करके कह भी वाहिगुरु हाजिर है, हर थां ते हाजिर, तू सबनी थाई जिथे हों जाई, साचा सिरजनहार जियो, जाल थाल महियल गुप्तो वरते,
गुर शब्दी देख निहारी जी। अगली तोक बड़ी सुंदर है, वे भुगत स्वरूप है। अजकल एक ना सवाल जिहा उठदा भी गुरु ग्रंथ साहब भोग लाउंदा कि नहीं। ये तो फिर जाप साहब च लिखिया ही वे भुगत स्वरूप है। महाराज कहते भोग लाउंदा वा, भुगत मैंने भोगना, भोग लाउणा, किसी चीज़ नूं खाना उन्होंने कहते भुगतना, भोग लैना। पर कदों जदों बे मैंने विशेष होवे, जदों तेरी बंदगी तेरी भगती करके हाजिर हो, भोग जिहड़े ने ये भावना नूं लगदे, वस्तु नूं नहीं। जे तुसी रब नूं विशेष कर लो, बेभुगत लिखिया ना, बे बब्बे सिहारी, मैंने जे तू विशेष कर ला, रब नूं प्रगट कर ला, ते भोग लगणगे कोई नहीं, ओहदा स्वरूप भोगूगा कहंदे सब कुछ। भगत धन्ने ने भोग लवाया कि नहीं? भगत नामदेव जी ने भोग लवाया कि नहीं? किन्ने प्रसंग गुरु ग्रंथ साहब च लिखे ने। भगत नामदेव की साखी ते गुरु ग्रंथ साहब च लिखी पई है, कित्थों कढ लोगे उन्होंने विचों जाके, वो तो कढणों रहे। फर्क सिर्फ ये सी कि भगत नामदेव रब नूं हाज़र मनदा सी, ते ओहदा पिता सिर्फ मूर्ति दे अगे प्रशाद चढ़ा के ते आप छक लेना ते वरता देना। हुण भगत नामदेव नूं ये नहीं सी पता, ये तो एक रसम आ, बस भोग भाग नहीं लगते, एक रसम आ, मूर्ति कित्थे खांदी पींदी है। पर वो छोटा सी, उन्होंने इन्हां गल्लां दा नहीं सी पता, वो जिद करके बह गया रब नाल। नहीं ते पिता गुस्से होवेगा आण के भी तू भोग नहीं लवाया। इसे जिद विच रब प्रगट होके उहदा दुध पी गया। तां कित्थों प्रगट होया? भावना दे विचों। दसवें पातशाह कहंदे भोग उदों लगणगे जदों तेरी भावना रब नूं प्रगट कर देगी, जदों तेरी शरधा ही इन्नी होवेगी परमेश्वर उत्ते, वाहिगुरू उत्ते, फिर वो प्रगट होवेगा। उपनिषदां दे विच ना एक बड़ी सोहनी पंक्ति आउंदी, तपसा चीयते ब्रह्म, बड़ी सौखी जी, तपसा चीयते ब्रह्म अन्नम अभिजायते। तप जिहड़ा है वो ब्रह्म नूं वधाउंदा वा। मैंने रब हरेक शरीर च बैठा, सबना उपर नदर प्रभ तेरी, किसे थोड़ी किसे है कनेरी। ये ना कहे भी रब बैठा नहीं, रब हरेक शरीर च बैठा। पर संत दा फर्क यह आ, उन्हें नाम जप जप के उन्होंने वधा लिया। तपसा चीयते ब्रह्म, ते गुरबाणी भी कहती आ भी रब बैठा तेरे शरीर च, इहनूं वधा बंदगी करके। सबाही सालाह महाराज कहते सुबह उठ के उहदी सिफत कर, जिन्नी ध्याया एक मन से पूरे शाह, वक्ते उपर लड़ मरे। तुसी हैरान होवोगे गुरबाणी दा शहीद होर तरह दा वा। गुरबाणी कहती जिहड़ा हर रोज सवेरे उठ पैंदा वा ना, आलस नाल लड़ के साडा शहीद ते ओह वक्ते उपर लड़ मरे। सवेरे उठे, हुण रहतनामिਆਂ च की लिखिया, खालसा सो जो चढ़े तरंग। खालसा वही है ना भी जिहड़ा रोज घोड़े ते चढ़े, ते जे ना होवे हुण ते गड्डियां फेर घोड़े ते निहंगा ਸਿੰਘਾਂ ਤੋਂ ही, होर किहदे कोले। अच्छा, खालसा सो जो नित करे जंग, जिहड़ा रोज लड़े, ਇਹਦਾ मतलब भी जिन्हों मर्जी जाके गिचियों फड़ ले। जिहड़ा तुरिया जांदा होवे भी अज लड़न नूं कोई लभा नहीं, उरा तेरे नाल लड़ना मैं नहीं, ਇਹਦਾ जवाब भी गुरबाणी दिंदी।
गुरबाणी भगत कबीर साहब नूं पुछो किहड़े घोड़े की सवारी करनी, ते कबीर साहब कहंदे अपने विचारां दी। सिमरन करदिआं जिहड़े विचार उठदे आ इन्हां नूं दब ला। ये झूठे ने जिहड़े विचार तैनूं भगती करदे आउंदे ने। अपने विचार सवारी कीजै, सहज के पावड़े पग धर लीजै। जंग किहड़ी करनी है, गुरु नानक देव साहब नूं पुछो। महाराज कहंदे वखते उपर लड़ मरे। भाई गुरदास साहब जी नूं पुछो, वखते उपर लड़ मरे अमृत वेले शब्द लापै। उस टाइम उठ के इशनान करके बाणी पढ़ लैनी, ये सूरमा है जिहड़ा आलस अगे हारिया नहीं, जिन्हें नितनेम च नागा नहीं पाया। नवी नवी बिजली चली सी हिंदुस्तान च, इलैक्ट्रीसिटी नवी नवी आई सी। एक इंजीनियर आया, संत अतर सिंह जी मस्तूआणे वाले पुछदे बिजली किदां बनदी है? कहंदा बाबा जी तुहानूं हुण मैं किदां समझावां भी बिजली ते सारे पानी च ही आ, पर विचों कढनी पैंदी है। आ पिछे जे तुहानूं पता ना अपने पंजाब वालियां दा, एडे भोले लोग, इन्हां ने धरना लाता हिमाचल वाले बिजली पानी चों कढ के ते सानूं फोका पानी दई जांदे। आखो सतनाम। इन्नियां भोलियां संगतां अपने भरा जिहड़े रब नूं नहीं मनदे कामरेड, उन्हां धरना लाया सी ना। की धरना लाता? हिमाचल वाले बिजली कढ लैंदे पानी चो, साडे पानी दे पल्ले ही कख नहीं रहण ता। संतां नूं कहा बिजली पानी च है, पर तुहानूं एक मोटी जी संत जी गल दसां, जिन्ना डायनमो घुमूगा उन्नी निकलूगी। संत कहंदे ते काम ही फिर साडे वाला वा। रब जरे जरे विच, हर थां ते रब आ, पर जिहदी जुबान रूपी डायनमो वाहिगुरू वाहिगुरू वाहिगुरू, जिन्ना घुमूगी जुबान कहंदे उन्ना ही प्रगट होंदा जाऊ। इनू की कहंदे ने? तपसा चीयते ब्रह्म। तू रब नूं प्रगट कर लै। कलगीधर कहंदे तेरे भोग भी लाऊ, तेरे कपड़े भी पाऊगा, पर गल यह आ भी उन्नू प्रगट कर, भी भुगत स्वरूप है। अखीरली पंक्ति कह के समाप्ति वाल वधा। प्रयुक्त अनूप है वो वाहिगुरू परमेश्वर, पर विशेष करके जुगत जुड़िया होया हरेक दे नाल। कोई ऐसी थां नहीं जिथे वो नहीं। हाथ कलम अगम मस्तक लेखावती, उर्ज रहो सब संग अनूप रूपावती। उस्तत कह न जाए मुखो तहारिया, मोही देख दर्श नानक। इत्थे क्या उर्ज रहो सब संग। सवाल कीता ना, तेरा रब किथे आ? अग्यों जवाब दिता, उर्ज रहो सब संग। वो तो हरेक दे नाल ही उर्ज मिल रहा वा। उर्ज मैंने मिल रहा वा, हरेक दे नाल ही बैठा वा। वो हर थां ते हाजर है, पर गल किथे निबड़ेगी? यकीन उत्ते, भरोसे उत्ते, विश्वास उत्ते। उपनिषदां दे विच एक बड़ी सोहनी पंक्ति आउंदी है, अस्ति इति एव उपलब्धव्या तदनु तदनंतर तद भावेन उपलब्धव्या। तदनु मैंने तदनंतर बाद, अस्ति मैंने होना। आपां कह देंगे ना फलानी शै है, उन्होंने अस्ति कह देंगे। पहला रब नूं मनण वाले अगे शर्त रखी गई है, जेड़ा रब नूं मनदा है उहदे अगे एक शर्त आ, तू वो शर्त पूरी कर फिर तेनू रब मिलेगा, नहीं तो नहीं मिलेगा। वो केड़ी शर्त? कि तू रब च यकीन करदा भी वो है, अस्ति इति एव उपलब्धव्या, वो हाजर आ।
जे तेनू 100% यकीन आ तो कहते फिर तुरी फिर मिलूगा, नहीं तो नहीं मिलूगा, नहीं तो नहीं मिलेगा। जदों तेनू 100% यकीन हो गया ना भी रब है, तो फिर तद नू मैंने बाद च तदनंतर तत् भावेन उपलब्धिया, फिर तू ओदी प्राप्ति कर। हुण पंजवें पातशाह इनू किड्डा सौखा ते अमृत रूपी बोलां च जिहड़ा हरेक नू समझ आवे। हुण जिहड़ियां मैं पंक्तियां बोलियां किनू समझ आईयां होणगीਆਂ? हरेक नू समझ आवे। महाराज की कहंदे ने, जाके हृदय विश्वास प्रभ आया, तत् ज्ञान तिस मन प्रगटाया। जिहदे हिरदे च रब ते यकीन आ, रब ओनू मिलिया। किन्नियां पंक्तियां ने, शरदा लागी संग प्रीत में, एक तिल रहन ना जाए। सतगुर होए दयाल तां सरदा पूरी है। आप हैरान होवोगे, परमेश्वर हर थां ते है, पर कई बारी ਪ੍ਰੀਖਿਆ बड़ी भारी ਹੁੰਦੀ। तुलसी दास जी दी दास रामायण पढ़दा पिया सी, वो कई गल्लां प्रसिद्ध ਹੁੰਦੀਆਂ ना, फिर वो चेते ਰਹਿੰਦੀਆਂ। सिया राम सब जग जानी, करो प्रणाम जोर जुग पानी। हर जगह मैनू राम ही दिखदा वा, ते मैं हर एक नू सिर झुका के नमस्कार करदा, क्यों राम तो बिना कोई नहीं। सबे घट राम बोले, रामा बोले राम बिना को बोले। वो की होया, ये तुक लिखी ते किताब संतोखी मैंने बंद की ते काम चले गए। वो जेड़े पिंड थानी लंघना सी, उत्थे मुंडा बैठा, कहंदा बाबा उधर दी ना जाई। कहंदा क्यों? कहंदा अगे बल्द भूतरिया खड़िया, बल्द बहुत गुस्से जा भूतरिया पिया, पागल होया पिया। वो कहंदा ये तां मेरी परख आ, वो मैं तां हुणे लेके आया रामायण दे विच भी हर जगह राम ही आ बस। वो कहंदा मैनू नहीं पता राम आ कि नहीं आ, पर तू गोडे ना घसा बई आपदे। एक तू लाल कपड़े पाए आ, ते लाल कपड़े वो गेरुए रंग दे भंगवे, उन्हें होर गर्म होना, बल्द ने तत्ता होना ही। ये कहंदा नहीं नहीं, मैं ते बल्द नू मत्था टेकूंगा ते तुर जूंगा। इन्हें जाके हुण तुक लिखी सी ना, फिर कहंदा मैं तुक लिखी होवे ते मैं ही कटदा। उन्हें जाके जदों बल्द नू नमस्कार कीती ते फिर बल्द ने सिंगां ते चुक लिया प्रेम नाल। फिर तुलसीदास जी नू वो गेड़ा दिता बल्द ने भी पता नहीं वधी सी ते बच गए। ते गिट्टे गोडे रगड़ा रुगड़ा लवा के चंगी तरह जदों थल्ले उतरे, बल्द ने किते सुट्टे तां गुस्सा चढ़िया। फिर भी जाके ना काम ते बाद च करांगे, पहला जिहड़ी तोक लेके आए ना भी हर थां रब ही आ, पहला वो पाड़ो जाके। वो कहंदा कड्ढणी विचों, उन्हें बहुत काम खराब किया भी एवें साधां दे पिछे लग के लिखती भी हर थां रब ही आ। वो जदों पाड़न लगे तो जो उत्थे लिखिया भी अपने भगत राज जी प्रगट होए, उन्हें आख्या भी क्यों पाड़दा, सही तो लिखिया हर जगह रब ही आ। वो कहंदा बहुत महंगा पैंदा ये लिखना, मैनू पुछ तू, मैनू पुछ हर जगह रब, मैनू किड्डा के सौदा वधिया पिया। वो कहंदा नहीं ठीक लिखिया हर जगह रब ही। वो कहंदे ठीक किवें भी मेरे ते बल्द ने वो गेड़े कढ़ाए रह रब दा ना। नाले तुलसी बेचारा साध सी मरिया जिहा, हुण बल्द ने ते फिर चंगा ही रगड़ता होना। उस भगत राज जी कहन लगे तू बल्द दे विच ते राम वेखिया, ते जेड़ा मुंडा उत्थे बह के तेरियां मिन्नतां करदा सी सादा ना जाई उस पासे, उत्थे नहीं तेनू राम दिखिया। असीं धोखा खाने आ, जिथे
ਸਾਡਾ ਮਤਲਬ ਆ ਉੱਥੇ ਤੇ ਅਸੀਂ ਰੱਬ ਵੇਖਦੇ ਆ, ਤੇ ਜਿੱਥੇ ਸਾਡਾ ਮਤਲਬ ਕੋਈ ਨਹੀਂ ਉੱਥੇ ਸਾਨੂੰ ਰੱਬ ਭਾਵੇਂ ਗੁਰਦੁਆਰਾ ਹੋਵੇ ਉੱਥੇ ਵੀ ਨਹੀਂ ਦੀਂਦਾ। ਅਸੀਂ ਗੁਰਦੁਆਰੇ ਵੀ ਫਿਰ ਪੱਗਾਂ ਲਾ ਦਿੰਦੇ ਇੱਕ ਦੂਜੇ ਦੀ। ਮਹਾਰਾਜ ਕੀ ਕਹਿੰਦੇ ਬਾਣੀ 'ਚ? ਮਹਾਰਾਜ ਕਹਿੰਦੇ ਜੁੜਿਆ ਤੇ ਹਰ ਥਾਂ ਤੇ ਹੀ ਹੈ, ਪਰ ਅਸੀਂ ਆਪਣੇ ਮਤਲਬ ਵਾਸਤੇ ਸਿਰਫ ਕੁਝ ਥਾਵਾਂ ਬੰਨ ਲਈਆਂ। ਮੁਸਲਮਾਨ ਕਹਿੰਦਾ ਮੱਕੇ ਤੋਂ ਬਿਨਾਂ ਰੱਬ ਕਿਤੇ ਨਹੀਂ, ਤੇ ਹਿੰਦੂ ਨੇ ਆਪਣੀ ਹੱਦ ਬੰਨ ਲਈ, ਤੇ ਗੁਰਬਾਣੀ ਨੇ ਦੋਵਾਂ ਤੇ ਕਾਂਟਾ ਫੇਰ ਕੇ ਕੀ ਆਖਿਆ? ਰੱਬ ਤੇ ਜ਼ਰੇ ਜ਼ਰੇ 'ਚ ਵਿਆਪਕ। ਇੱਕ ਬੜਾ ਪ੍ਰਸਿੱਧ ਮਹਾਤਮਾ ਹੋਇਆ ਹੈ, ਉਹ ਜਦੋਂ ਕਥਾ ਕਰਦਾ ਸੀ, ਇੱਕ ਸੱਜਣ ਉਹਦੀ ਕਥਾ 'ਚ ਸੁਣਨ ਆਉਂਦਾ, ਅੱਗੇ ਬਹਿੰਦਾ ਤੇ 2 ਵਾਰੀ ਹੱਸਦਾ ਖਿੜਖੜਾ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੀ ਕਥਾ ਹੋਰ ਹੁੰਦੀ, ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਜਿਹੜੀ ਕਥਾ ਉਹ ਹੋਰ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ 'ਚ ਬਹਿ ਕੇ ਜਿਹੜੀ ਕਥਾ ਹੁੰਦੀ ਉਹ ਵੀ ਹੋਰ ਹੁੰਦੀ। ਉੱਥੇ ਤੁਸੀਂ ਬਹੁਤੇ ਹੱਥ ਹੁੱਥ ਨਹੀਂ ਮਾਰ ਸਕਦੇ, ਕਿਉਂ? ਉੱਥੇ ਤੁਹਾਡਾ ਗੁਰੂ ਹਾਜ਼ਰ ਹੈ। ਗੁਰੂ ਗ੍ਰੰਥ ਸਾਹਿਬ ਦੇ ਉੱਪਰ ਤੁਸੀਂ ਹੱਥ ਨਹੀਂ ਬਹੁਤੇ ਲਿਜਾ ਸਕਦੇ, ਬਿਲਕੁਲ। ਕੋਈ SSP ਹੋਵੇ ਤੇ ਤੂੰ ਉਹਦੇ ਸਾਹਮਣੇ ਕਦੀ ਐ ਕਦੀ ਐ, ਉੱਥੇ ਤੇ ਵੀਰ ਹੱਥ ਪਛਾਂ ਕਰਕੇ ਜਾਂ ਹੱਥ ਬੰਨ ਕੇ ਖਲੋਣਾ ਪੈਂਦਾ। ਇਹ ਕਈ ਮਰਿਆਦਾ 'ਚ ਫਰਕ ਹੈ। ਇੱਥੇ ਮੈਂ ਕਹਿ ਰਿਹਾ ਵੀ ਉਹ 2 ਵਾਰੀ ਹੱਸਦਾ, ਇਹ ਮੈਂ ਤਾਂ ਬੇਨਤੀ ਕੀਤੀ ਕਥਾ 'ਚ, ਸੁਣਦਾ ਤੇ ਹੱਸਦਾ। ਕਿਸੇ ਨੇ ਆਖਿਆ ਸੰਤ ਜੀ ਹੁਣ ਜਿਹੜਾ ਕਥਾ ਕਰਦਾ ਨਾ ਉਹ ਸੋਚਦਾ ਵੀ ਕਿਹੜਾ ਬੰਦਾ ਮੇਰੀ ਕਥਾ ਧਿਆਨ ਨਾਲ ਸੁਣਦਾ, ਉਹ ਫਿਰ ਖੁਸ਼ ਹੁੰਦਾ। ਉਹ ਬੜੇ ਸੰਤ ਖੁਸ਼, ਤੇ ਕਿਸੇ ਨੇ ਆਖਿਆ ਬਾਬਾ ਜੀ ਖੁਸ਼ ਨਾ ਹੋ, ਇਹ ਤੇ ਬੋਲਾ ਵਾ, ਤੇ ਤੇਰਾ ਭਲਾ ਹੋ ਜੇ। ਮੈਂ ਤੇ ਸੋਚਿਆ ਵੀ ਸਾਰੀ ਸੰਗਤ ਚੋਂ ਕਥਾ ਹੀ ਇਹ ਸੁਣਦਾ, ਹੋਰ ਤੇ ਕੋਈ ਧਿਆਨ ਦਿੰਦਾ ਹੀ ਨਹੀਂ, ਧਿਆਨ ਹੀ ਇਹ ਦਿੰਦਾ। ਉਹ ਕਹਿੰਦੇ ਮਹਾਰਾਜ ਐਵੇਂ ਵਹਿਮ ਨਾ ਪਾਲੋ, ਕਿਤੇ ਐਵੇਂ ਸਰੋਪੇ ਸਰਾਪੇ ਦਿੰਦੇ ਫਿਰ ਉਹ ਵੀ ਬੜਾ ਚੰਗਾ ਬੰਦਾ, ਇਹ ਤੇ ਬੋਲਾ ਵਾ। ਮਹਾਤਮਾ ਨੂੰ ਯਕੀਨ ਨਾ ਆਇਆ ਵੀ ਜੇ ਬੋਲਾ ਵਾ ਤੇ ਫਿਰ ਕਥਾ 'ਚ ਬਹਿਣ ਦਾ ਕੀ ਕੰਮ ਆ ਬਈ? ਫਿਰ ਤਾਂ ਨਹੀਂ ਨਾ ਕੋਈ ਕੰਮ, ਮਤਲਬ ਹੀ ਕੋਈ ਨਹੀਂ, ਬੋਲੇ ਦਾ ਕੀ ਕੰਮ ਕਥਾ 'ਚ? ਮਹਾਤਮਾ ਨੇ ਸੋਚਿਆ ਉੱਚਾ ਸੁਣਦਾ ਹੋਵੇਗਾ। ਉਹਨਾਂ ਕੰਨ ਦੇ ਲਾਗੇ ਜਾ ਕੇ ਗੱਲ ਕੀਤੀ ਵੀ ਸੁਣਿਆ? ਉਹ ਕਹਿੰਦਾ ਜੀ ਨਹੀਂ। ਮਹਾਤਮਾ ਦਾ ਇਰਾਦਾ ਹੋਰ ਉੱਚਾ ਸੁਣਦਾ ਹੋਊਗਾ। ਉਹਨਾਂ ਹੋਰ ਜ਼ੋਰ ਲਾ ਕੇ ਕਿਹਾ ਵੀ ਸੁਣਿਆ? ਕਹਿੰਦਾ ਜੀ ਨਹੀਂ। ਸੰਤ ਕਹਿੰਦੇ ਇਹ ਤੇ 100% ਹੀ ਬੋਲਾ। ਆਪਣੇ ਜਥੇਬੰਦੀਆਂ 'ਚ ਨਿਹੰਗਾਂ ਸਿੰਘਾਂ 'ਚ ਵੀ ਚੱਲਦਾ ਨਾ, ਜਿਹੜਾ ਬੋਲਾ ਹੋ ਜੇ ਕਹਿੰਦੇ ਚਬਾਰੇ ਚੜ ਗਿਆ। ਬੇਇੱਜ਼ਤੀ ਨਹੀਂ ਨਾ ਕਰਦੇ, ਪ੍ਰੇਮ ਹੀ ਕਰਦੇ, ਚਬਾਰੇ ਚੜ ਗਿਆ। ਉਦਾਂ ਜੇ ਕਹੀਏ ਬੋਲਾ ਵਾ ਤੇ ਗੁੱਸਾ ਕਰੂਗਾ, ਫਿਰ ਭਾਵੇਂ ਸੁਣਨਾ ਤਾਂ ਨਹੀਂ, ਉਹਨੂੰ ਕੋਈ ਲਿਖ ਕੇ ਤੇ ਦੱਸੂਗਾ ਨਾ ਤੈਨੂੰ ਬੋਲਾ ਕਹਿੰਦਾ। ਉਹ ਮਹਾਤਮਾ ਨੇ ਫਿਰ ਪਰਚੀ ਤੇ ਲਿਖ ਕੇ ਆਖਿਆ ਫਿਰ ਕਥਾ ਕਿਉਂ ਸੁਣਦਾ ਵਾ? ਮੈਂ ਤੇ 15 ਦਿਨ ਹੋ ਗਏ ਤੈਨੂੰ ਵੇਂਦੇ ਨੂੰ ਵੀ ਏਡੀ ਪ੍ਰੇਮ ਨਾਲ ਕਥਾ ਸੁਣਦਾ, ਤੇ ਹੱਸਦਾ ਕਿਉਂ ਜਦੋਂ ਸੁਣਦਾ ਹੀ ਕੱਖ ਨਹੀਂ ਤੈਨੂੰ? ਉਹਨੇ ਅੱਗਿਓਂ ਲਿਖ ਕੇ ਜਵਾਬ ਦਿੱਤਾ ਕਿ ਪਹਿਲੀ ਵਾਰੀ ਮੈਂ ਤਾਂ ਹੱਸਦਾ ਵਾਂ ਵੀ ਮੈਂ ਬੋਲਾ ਵਾਂ, ਪਰ ਮੈਂ ਇਹ ਗੱਲ ਪੜ੍ਹੀ ਆ ਵੀ ਸੰਗਤ ਵਿੱਚ ਰੱਬ ਬਹਿੰਦਾ, ਤੇ ਜਦੋਂ ਉਹ ਰੱਬ ਸੰਗਤ ਵਿੱਚ ਆਵੇਗਾ ਉਹ ਮੇਰੇ ਤੇ ਸਭ ਤੋਂ ਵੱਧ ਖੁਸ਼ ਹੋਵੇਗਾ। ਕਿਉਂ? ਮੇਰੇ ਕੰਨ ਵੀ ਨਹੀਂ ਤੇ ਮੈਂ ਫੇਰ ਵੀ ਸੰਗਤ ਵਿੱਚ ਬਹਿਣਾ। ਵਿੱਚ ਸੰਗਤ ਹਰ ਪ੍ਰਭ। ਫਿਰ ਇਹ ਵੀ ਗੱਲ ਨਹੀਂ ਉਹਨੇ ਉੱਠ ਕੇ ਚਲੇ ਜਾਣਾ, ਜਿੰਨਾ ਚਿਰ ਕਥਾ ਹੋਣੀ ਉਹਨੇ ਬਹਿਣਾ ਹੀ ਬਹਿਣਾ। ਮੈਂ ਇਸ ਕਰਕੇ ਹੱਸ ਪੈਂਦਾ ਵਾਂ ਕਿ ਰੱਬ ਮੇਰੇ ਤੇ ਵੀ ਖੁਸ਼ ਹੋ। ਦੂਸਰਾ ਕਹਿੰਦੇ ਮੈਂ ਤਾਂ ਹੱਸਦਾ ਵੀ ਮੇਰਾ ਪਰਿਵਾਰ ਸੰਗਤ 'ਚ ਨਹੀਂ ਸੀ ਆਉਂਦਾ। ਜਦੋਂ ਉਹਨਾਂ ਨੂੰ ਕਿਸੇ ਨੇ ਆਖਿਆ ਵੀ ਤੁਹਾਡਾ ਬਜ਼ੁਰਗ ਕੰਨਾਂ ਤੋਂ ਬੋਲਾ, ਫਿਰ ਵੀ ਸੰਗਤ ਵਿੱਚ ਬਹਿੰਦਾ, ਉਹ ਵੀ ਹੁਣ ਆਣ ਕੇ ਬਹਿਣ ਲੱਗ ਪਿਆ। ਤੇ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਮੇਰਾ ਪਰਿਵਾਰ
ਹੁਣ ਮੈਂ ਤੇ ਬੋਲਾਂ, ਮੈਨੂੰ ਤੇ ਸੁਣਦਾ ਨਹੀਂ, ਪਰ ਮੇਰੇ ਕਰਕੇ ਸਾਰਾ ਟੱਬਰ ਸੰਗਤ 'ਚ ਬੈਠਾ, ਇਸ ਕਰਕੇ ਹੱਸਦਾ। ਮਹਾਰਾਜ ਕਹਿੰਦੇ ਰੱਬ ਬੈਠਾ ਤੇ ਹਰ ਥਾਂ ਤੇ ਹੈ, ਪਰ ਕੀ ਕਰੀਏ? ਕਹਿੰਦੇ ਸ਼ਰਧਾ ਨਹੀਂ, ਵਿਸ਼ਵਾਸ ਨਹੀਂ, ਯਕੀਨ ਨਹੀਂ। ਪਹਿਲਾ ਕੀ ਕਰ, ਅਸਤੀ ਇਹਦੀ ਇਹ ਉਪਲਬਧ ਹੈ। ਪਹਿਲਾਂ ਯਕੀਨ ਕਰਕੇ ਪਰਮੇਸ਼ਰ ਹੈ, ਫਿਰ ਕਹਿੰਦੇ ਉਹਨੂੰ ਪ੍ਰਾਪਤ ਕਰਨ ਦਾ ਯਤਨ ਕਰੀ। ਪਰ ਯੁਗਤ ਮੈਨੇ, ਪਰ ਵਿਸ਼ੇਸ਼ ਕਰਕੇ ਜਿਹੜਾ ਜੁੜਿਆ ਹੋਇਆ, ਅਨੂਪ, ਉਹਦੀ ਕਿੰਨੀ ਕੁ ਉਸਤਤ ਕਰਾਂ, ਉਹ ਕਿੰਨਾ ਕੁ ਸੋਹਣਾ ਹੈ ਪਰਮੇਸ਼ਰ ਵਾਹਿਗੁਰੂ, ਉਹਦੀ ਕਿੰਨੀ ਕੁ ਮਹਿਮਾ ਕਰਾਂ। ਮਹਾਰਾਜ ਕਹਿੰਦੇ ਕਹਿਣ ਕਥਨ ਤੋਂ ਬਾਹਰ ਹੈ, ਅੰਤ ਨਾ ਅੰਤਾ ਸਦਾ ਬੇਅੰਤਾ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਮਹਾਂਪੁਰਸ਼ ਬਹੁਤ ਹੀ ਪ੍ਰੇਮ ਦੇ ਨਾਲ ਕੱਲ ਤੋਂ ਹੀ ਹਾਜ਼ਰੀ ਭਰ ਰਹੇ ਨੇ, ਔਰ ਸਵੇਰ ਤੋਂ ਹੀ ਜਦੋਂ ਤੋਂ ਦੀਵਾਨ ਆਰੰਭ ਹੋਇਆ ਉਦੋਂ ਤੋਂ ਹੀ ਬੜੇ ਪ੍ਰੇਮ ਨਾਲ ਸੰਗਤ ਵਿੱਚ ਆ ਬੈਠ ਕੇ। ਨਹੀਂ ਤੇ ਕਈ ਮਹਾਤਮਾ ਦਾ ਸੁਭਾਅ ਹੁੰਦਾ ਵੀ ਚਲੋ ਆਪ ਉੱਠ ਜਾਂਦੇ ਨੇ, ਬੁਲਾਰਾ ਬੋਲਦਾ ਰਹਿੰਦਾ ਹੈ, ਪਰ ਇਹਨਾਂ ਮਹਾਤਮਾ ਉੱਤੇ ਦਾਸ ਨੇ ਗੁਰੂ ਸਾਹਿਬ ਦੀ 9ਵੇਂ ਪਾਤਸ਼ਾਹ ਦੀ ਕਿਰਪਾ ਵੇਖੀ ਹੈ। ਇਹ ਨਹੀਂ ਵੀ ਇੱਥੇ ਹੀ, ਹੋਰ ਵੀ ਸਮਾਗਮਾਂ ਵਿੱਚ ਜਿੰਨਾ ਚਿਰ ਸਮਾਗਮ ਚੱਲਣਾ ਬੜੇ ਪ੍ਰੇਮ ਦੇ ਨਾਲ ਹਾਜ਼ਰੀ ਭਰਨੀ। ਵੀ ਬੋਲਣ ਵਾਲੇ ਨੂੰ ਇਹ ਨਾ ਹੋਵੇ ਵੀ ਬਾਬਾ ਜੀ ਤੇ ਮਹਾਂਪੁਰਸ਼ ਤੇ ਉੱਠ ਕੇ ਚਲੇ ਗਏ ਨੇ। ਸੋ ਜਿੱਥੇ ਮਹਾਂਪੁਰਸ਼ਾਂ ਦਾ ਧੰਨਵਾਦ, ਉੱਥੇ ਜਥੇਦਾਰ ਬਾਬਾ ਅਮਰ ਸਿੰਘ ਜੀ, ਜਿਨ੍ਹਾਂ ਨੇ ਮਹਾਂਪੁਰਸ਼ਾਂ ਦੀ ਆਗਿਆ ਵਿੱਚ ਰਹਿ ਕੇ ਇਹ ਸਾਰਾ ਪ੍ਰਬੰਧ ਕੀਤਾ ਹੈ, ਔਰ ਬੜੇ ਪ੍ਰੇਮ ਦੇ ਨਾਲ ਮਹਾਂਪੁਰਸ਼ਾਂ ਦੀ ਆਗਿਆ 'ਚ ਰਹਿ ਕੇ ਸੇਵਾ ਨਿਭਾ ਰਹੇ ਨੇ। ਔਰ ਬਹੁਤ ਹੀ ਸਤਿਗੁਰੂ ਦੀ ਕਿਰਪਾ ਹੈ। ਉਮਰ ਭਾਵੇਂ ਛੋਟੀ ਹੈ, ਪਰ ਬੜੇ ਸੂਝਵਾਨ ਨੇ, ਸਿਆਣੇ ਨੇ। ਔਰ ਦਾਸ ਰਾਤ ਵੀ ਇਹਨਾਂ ਨੂੰ ਬੇਨਤੀ ਕਰਦਾ ਪਿਆ ਸੀ ਕਿ ਆਸਣ ਬਹੁਤ ਸੋਹਣਾ, ਜਿੱਥੇ ਸੰਗਤ ਸਾਰੀ ਬਹਿ ਸਕੇ, ਮਹਾਂਪੁਰਸ਼ਾਂ ਦੇ ਬਾਬਾ ਜੀ ਦੇ ਬੈਠਣ ਨੂੰ ਬਣਾਇਆ ਹੈ। ਤਾਂ ਉੱਦਾਂ ਹੱਸ ਕੇ ਪੁੱਛਿਆ ਵੀ ਇਹ ਡਿਜ਼ਾਈਨ ਕਿੱਥੋਂ ਕਰਾਇਆ ਤੁਸੀਂ? ਕਹਿੰਦੇ ਆਪੇ ਕੀਤਾ ਹੈ। ਮੈਂ ਕਿਹਾ ਵੀ ਕਮਾਲ ਕੀਤੀ ਪਈ ਹੈ। ਦਰਬਾਰ ਸਾਹਿਬ ਦੇ ਵਿੱਚ ਵੀ ਸਾਰਾ ਏਸੀ ਸਿਸਟਮ ਜਿਹੜਾ ਹੈ ਉਹ ਕੀਤਾ ਹੋਇਆ ਹੈ। ਸੋ ਗੁਰੂ ਕਿਰਪਾ ਕਰੇ, ਇਸੇ ਤਰ੍ਹਾਂ ਹੀ ਇਹਨਾਂ ਨੂੰ ਸੇਵਾ ਕਰਨ ਦਾ ਸੱਚੇ ਪਾਤਸ਼ਾਹ ਬਲ ਬਖਸ਼ਣ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ।